ਇੱਕ ਬਹੁਤ ਹੀ ਇਮਾਨਦਾਰ ਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਨ ਸਵਰਗੀ ਸਰਦਾਰ ਰਣਜੀਤ ਸਿੰਘ ਮੀਨ ਜੀ। ਸਵਰਗੀ ਸਰਦਾਰ ਰਣਜੀਤ ਸਿੰਘ ਮੀਨ ਜੀ ਬਹੁਤ ਹੀ ਚੰਗੇ ਸਹਿਣਸ਼ੀਲਤਾ ਵਰਤੀ ਵਾਲੇ ਇਨਸਾਨ ਸਨ। ਗੁਰੂ ਘਰ ਪ੍ਰਤੀ ਸੱਚੀ ਸ਼ਰਧਾਵਾਨ ਸਨ। ਹਰ ਇੱਕ ਗਰੀਬ ਦਿਨ ਦੁਖੀ ਦੀ ਮਦਦ ਕਰਨਾ ਆਪ ਜੀ ਦਾ ਸੁਭਾਅ ਸੀ। ਆਪ ਜੀ ਦੇ ਕੀਰਤ ਅਤੇ ਚੰਗੇ ਸੰਸਕਾਰਾਂ ਦਾ ਲਾਇਆ ਬੂਟਾ ਮੌਜੂਦਾ ਸਮੇਂ ਵਿੱਚ ਵੀ ਆਪ ਜੀ ਦੇ ਪਰਿਵਾਰ ਵਿੱਚ ਪ੍ਰਫੁੱਲਿਤ ਹੋ ਰਿਹਾ ਹੈ। ਬੀਤੇ ਦਿਨੀ ਸਰਦਾਰ ਰਣਜੀਤ ਸਿੰਘ ਮੀਨ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪੰਜਾਂ ਤੱਤਾਂ ਵਿੱਚ ਲੀਨ ਹੋ ਗਏ। ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਤੇ ਭੋਗ 4 ਜੂਨ ਦਿਨ ਸ਼ੁੱਕਰਵਾਰ ਗੁਰਦੁਆਰਾ ਸ਼੍ਰੀ ਟਿੱਬੀ ਸਾਹਿਬ ਗੁਰੂ ਤੇਗ ਬਹਾਦਰ ਨਗਰ ਨੇੜੇ ਕਰਤਾਰਪੁਰਾ ਹਰੇੜੀ ਰੋਡ ਸੰਗਰੂਰ ਵਿਖੇ ਪਾਏ ਗਏ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦੀ ਸਿੱਖਿਆ ਦਿੱਤੀ। ਸਰਦਾਰ ਰਣਜੀਤ ਸਿੰਘ ਮੀਨ ਜੀ ਆਪਣੇ ਪਿੱਛੇ ਆਪਣੇ ਪਰਿਵਾਰ ਵਿੱਚ ਸਰਦਾਰਨੀ ਸ਼ਿੰਦਰ ਕੌਰ ਧਰਮ ਪਤਨੀ, ਅਰਵਿੰਦਰ ਸਿੰਘ ਮੀਨ ਸਰਵਿੰਦਰ ਕੌਰ ਪੁੱਤਰ ਨੂੰ ਚੇਅਰਮੈਨ ਦੀ ਸੰਗਰੂਰ ਕਾਰਪੋਰੇਟਿਡ ਸੁਸਾਇਟੀ ਸੰਗਰੂਰ, ਭੁਪਿੰਦਰ ਪਾਲ ਕੌਰ, ਗੁਰਜਿੰਦਰ ਸਿੰਘ ਧੀ ਜਵਾਈ, ਹਰਜੋਤ ਸਿੰਘ ਪੋਤਰਾ, ਅੰਮ੍ਰਿਤਪ੍ਰੀਤ ਕੌਰ ਪੋਤਰੀ ਅਤੇ ਸਮੂਹ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਇਹਨਾਂ ਦੇ ਪਰਿਵਾਰ ਵੱਲੋਂ ਦੁੱਖ ਵਿੱਚ ਇਕੱਤਰ ਹੋਈ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। Naro mare
कपूरा हाथ जले जैसे लकड़ी का तूला केस जले जैसे कास का पूरा केस जले जैसे केस जले जैसे कास का पूरा नरु मरे नर पावन आवे नरु मरे नर पावन आवे पशु मरे
ਸੁਪਨੇ ਜੋ ਸੰਸ ਰਾਵਣ ਗਇਓ ਜਾਪੋ ਭਉ ਪਰਵਾਰ ਬਹੁ ਨਾਰੇ ਵੀ ਕਹਿ ਨਾਨਕ ਥਿਰਕਾਰ ਹੈ ਜੋ ਵਾਦੋ
ਕਿਸ ਨਾਲ ਕੀਤੇ ਦੋਸਤੀ, ਕਿਸ ਨਾਲ ਕੀਤੇ ਦੋਸਤੀ, ਸਭ ਜਗ ਚੱਲਣ ਹਾਰ, ਸਭ ਜਗ ਚੱਲਣ ਹਾਰ, ਸਭ ਜਗ ਚੱਲਣ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆਰਾ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆਰਾ, ਜੋਤੀ ਜੋਤ ਰਾਣੀ ਸੰਪੂਰਨ ਦੀਆ, ਜੋਤੀ ਜੋਤ ਰਾਣੀ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆਰਾ, ਬ੍ਰਹਮ ਦੀ ਸੈਬਾਨ ਸੁਣੀਏ, ਏਕ ਏਕ ਬਖਾਣੀਏ, ਆਤਮ ਪਸਾਰਾ ਕਰਨਹਾਰਾ, ਪ੍ਰਭੂ ਬਿਨਾ ਨਹੀਂ ਜਾਣ, ਬ੍ਰਹਮ ਦੀ ਸੈਬਾਨ ਸੁਣੀਏ, ਏਕ ਏਕ ਬਖਾਣੀਏ, ਆਤਮ ਪਸਾਰਾ ਕਰਨਹਾਰਾ, ਪ੍ਰਭੂ ਬਿਨਾ ਨਹੀਂ ਜਾਣੀ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆਰਾ, ਜੋਤੀ ਜੋਤ ਰਾਣੀ ਸੰਪੂਰਨ ਦੀਆਰਾ।
ਪਿੱਟ ਸਿਆਪਾ ਨਹੀਂ ਕਰਨਾ। ਪਹਿਲਾਂ ਦੀ ਬੋਲੀ ਹੈ, ਧਾਰ ਨਹੀਂ ਮਾਰਨੀ, ਰੋਣਾ ਨਹੀਂ, ਕਰਲਾਉਣਾ ਨਹੀਂ। ਤੁਸੀਂ ਮੇਰੇ ਆਲੇ ਦਾਲੇ ਨਾ ਵਾਹਿਗੁਰੂ 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 ਜੋਰ ਜੋਰ ਨਾਲ ਕਹਿਣਾ। ਜੇ ਤੁਸੀਂ ਨਹੀਂ ਕਹਿ ਸਕਦੇ ਤੇ ਕਿਸੇ ਗ੍ਰੰਥੀ ਆਦਿ ਨੂੰ ਬੁਲਾ ਲਓ। ਸਤਿਗੁਰੂ ਜੀ ਕਹਿੰਦੇ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਕਹਿੰਦੇ ਐ ਕਰਿਓ ਮੇਰਾ ਨਾ ਸੰਸਕਾਰ ਕਰਿਓ ਤੁਸੀਂ। ਤੀਸਰੇ ਪਾਤਸ਼ਾਹ ਕਹਿੰਦੇ ਨਾ ਵੀ ਮੈਂ ਹੁਣ ਚਲਾ ਦੇਖੋ ਚੰਗੇ ਭਲੇ ਨੇ, ਬਿਮਾਰ ਨਹੀਂ ਹਨ, ਢਿੱਡ ਵੱਟ ਕੋਈ ਨਹੀਂ। ਉਹ ਕਹਿੰਦੇ ਵੀ ਮੈਨੂੰ ਹੁਣ ਰੱਬ ਦਾ ਸੱਦਾ ਆ ਗਿਆ ਵੀ ਮੈਂ ਅੱਜ ਜਾ ਰਿਹਾ। ਉਹ ਇੰਨੀ ਕਹਿਣ ਦੀ ਗੱਲ ਸੀ, ਕੁੜੀਆਂ ਦੀਆਂ ਅੱਖਾਂ ਚੋਂ ਹੰਝੂ ਵਗ ਕੇ, ਬੱਚੇ ਰੋਣ ਲੱਗੇ, ਸਾਕ ਸੰਬੰਧੀ ਰੋਣ ਲੱਗੇ ਵੀ ਤੁਸੀਂ ਜਾ ਰਹੇ ਹੋ ਤਾਂ ਚੰਗੇ ਭਲੇ ਹੋ। ਗੁਰੂ ਸਾਹਿਬ ਕਹਿੰਦੇ ਵੀ ਮੈਨੂੰ ਸੱਦਾ ਆ ਗਿਆ, ਟਾਈਮ ਥੋੜਾ ਵੀ ਮੈਨੂੰ ਸੱਦਾ ਆ ਗਿਆ, ਤੁਸੀਂ ਐ ਕਰਿਓ। ਤੇ ਗੁਰੂ ਅਮਰਦਾਸ ਜੀ ਦਾ ਜਿਉਂਦੇ ਜੀ ਦੇਖੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਉਹਨਾਂ ਨੇ ਕਿਹਾ ਵੀ ਕਰਨਾ ਕੀ ਹੈ। ਕਹਿੰਦੇ ਤੁਸੀਂ ਨਾ ਮੇਰਾ ਸੰਸਕਾਰ ਕਰਿਓ, ਸੰਸਕਾਰ ਕਰਕੇ ਨਾ ਖੁਦ ਨਾ ਜੁੜ ਜਾਇਓ। ਕਹਿੰਦੇ ਵੀ ਸੰਸਕਾਰ ਕਰਕੇ ਉੱਥੇ ਜਾ ਕੇ ਜਿੰਨੀ ਸਾਰੀ ਸਵਾਹ ਰਾਤ ਜਿੰਨੀ ਵੀ ਹੋਣੀ ਹੈ ਨਾ, ਉਹਨੂੰ ਬੋਰੀਆਂ 'ਚ ਭਰ ਲੈਣਾ ਤੇ ਉਹਨੂੰ ਚੱਲਦੇ ਪਾਣੀ 'ਚ ਪ੍ਰਵਾਹ ਕਰ ਦੇਣਾ। ਪੜ੍ਹੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਗੁਰੂ ਅਮਰਦਾਸ ਜੀ ਮਹਾਰਾਜ ਤੀਸਰੇ ਪਾਤਸ਼ਾਹ ਕਹਿੰਦੇ ਵੀ ਫਿਰ ਕੀ ਕਰਨਾ, ਘਰੇ ਆ ਕੇ ਨਾ ਤੁਸੀਂ ਪਾਠ ਕਰਨਾ, ਕੀਰਤਨ ਕਰਨਾ। ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਹੁਣ ਕੀਰਤਨ ਕੌਣ ਕਰੇ? ਕਹਿੰਦੇ ਕਿ ਕੀ ਹੈ? ਕੇਸੋ ਕੇਸ਼ਵ ਗੋਪਾਲ ਇਹ ਸਾਰੇ ਰੱਬ ਦੇ ਨਾਮ। ਕਹਿੰਦੇ ਰੱਬ ਦੇ ਬੰਦਿਆਂ ਨੂੰ ਸੱਦੋ, ਜਾਣੀ ਕਿ ਬਾਣੀ ਪੜ੍ਹਨ ਵਾਲਿਆਂ ਨੂੰ ਸੱਦੋ। ਕੇਸੋ ਗੋਪਾਲ ਪੰਡਤ, ਇੱਕ ਤਾਂ ਇਹਦੇ ਤੱਤੇ ਨੂੰ ਸਿਆਰੀ ਲੱਗੀ ਹੋਈ ਹੈ। ਪੰਡਤ ਜਿੱਥੇ ਲਿਖਣਾ ਨਾ ਜਾਤੀ ਤੌਰ ਤੇ, ਉਹਦੇ ਤੱਤੇ ਨੂੰ ਸਿਆਰੀ ਨਹੀਂ ਹੁੰਦੀ ਵਿਆਕਰਨ ਦੇ ਹਿਸਾਬ ਨਾਲ। ਉਹ ਕਹਿੰਦੇ ਕੇਸੋ ਗੋਪਾਲ ਪੰਡਤ ਸਦਿਓ। ਇਹਦਾ ਅਰਥ ਬਣ ਗਿਆ ਵੀ ਪਰਮਾਤਮਾ ਦੇ ਗੁਣ ਗਾਉਣ ਵਾਲੇ, ਗੁਰਬਾਣੀ ਪੜ੍ਹਨ ਵਾਲੇ ਬੰਦਿਆਂ ਨੂੰ ਬੁਲਾ ਲਿਓ। ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਫਿਰ ਸਤਿਗੁਰੂ ਨੇ ਕਿਹਾ ਵੀ ਆ ਜਿਹੜੇ ਦੁਨੀਆ ਦੇ ਅਡੰਬਰ ਉਹ ਨਹੀਂ ਕਰਨੇ। ਉਹ ਕਹਿੰਦੇ ਪਿੰਡ ਪੱਤਲ ਕਿਰਿਆ ਦੀਵਾ ਫੁੱਲ, ਇਹਦਾ ਵਿਸ਼ਰਾਮ ਫੁੱਲ ਤੇ ਲੱਗਦਾ। ਕਈ ਸਾਡੇ ਅਣਜਾਣ ਬੰਦੇ ਕੀ ਕਰਦੇ ਨੇ, ਉਹ ਕਹਿੰਦੇ ਪਿੰਡ ਪੱਤਲ ਕਿਰਿਆ ਦੀਵਾ ਇੱਥੇ ਖੜ ਜਾਂਦੇ ਨੇ। ਫਿਰ ਕਹਿੰਦੇ ਫੁੱਲ ਸਰ ਪਾਵੇ, ਫੁੱਲ ਹਰ ਸਰ ਪਾਵੇ। ਜੇ ਉਹਨੂੰ ਕੋਈ ਪੁੱਛ ਲੈ ਵੀ ਬਾਬਾ ਜੀ ਆਹ ਚਾਰ ਚੀਜ਼ਾਂ ਤੇ ਤੁਸੀਂ ਵਿਸ਼ਰਾਮ ਲਾਤਾ, ਚਾਰ ਚੀਜ਼ਾਂ ਦੂਜੀਆਂ ਕਿੱਥੇ ਪਾਉਣੀਆਂ? ਵੀ ਫੁੱਲ ਤਾਂ ਹਰ ਸਰ ਪਾਵੇ। ਜਾਂ ਜਿਹੜੀਆਂ ਬਾਕੀ ਚਾਰ ਤੁਸੀਂ ਕਿਹਾ ਵੀ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ, ਇਹ ਗੱਲ ਤਾਂ ਬਣੂ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਇਹ ਕਿੱਥੇ ਪਾਉਣੇ ਨੇ? ਹਰ ਸਰ ਪਾਵੇ। ਹੁਣ ਹਰ ਸਰ ਨਾ ਤਾਂ ਕਿਸੇ ਪਿੰਡ ਦਾ ਨਾਮ, ਨਾ ਕਿਸੇ ਸ਼ਹਿਰ ਦਾ ਨਾਮ। ਹਰ ਸਰ ਇਹਨੂੰ ਕਹਿੰਦੇ ਜਿਹੜੇ ਆਪਾਂ ਬੈਠੇ ਆ, ਇਹਦਾ ਨਾਮ ਜਿਹੜੇ ਆਪਾਂ ਬੈਠੇ ਆ ਨਾ, ਫੁੱਲ ਕਿੱਥੇ ਪਾਉਣੇ ਨੇ? ਇੱਥੇ ਪਾਉਣੇ ਨੇ। ਗੁਰੂ ਅਮਰਦਾਸ ਜੀ ਦੱਸ ਰਹੇ ਨੇ, ਆਪਣੇ ਬੱਚਿਆਂ ਨੂੰ ਸਮਝਾ ਰਹੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖ ਗਏ ਨੇ। ਕਹਿੰਦੇ ਪਿੰਡ ਪੱਤਲ ਕਿਰਿਆ ਦੀਵਾ ਫੁੱਲ, ਇਹ ਸਾਰਾ ਅਡੰਬਰ ਕਿੱਥੇ ਕਰਨਾ ਹੈ? ਜੇ ਸਤਸੰਗ ਹੋ ਗਈ ਆਪੇ ਦੀਵਾ ਲੱਗ ਗਿਆ, ਆਪੇ ਫੁੱਲ ਹੋ ਗਏ। ਹਰ ਸਰ ਪਾਵੇ, ਹਰ ਸਰ ਇਹਦਾ ਨਾਮ ਜਿੱਥੇ ਆਪਾਂ। ਤੇ ਬਾਬਾ ਸੁੰਦਰ ਜੀ ਤੇ ਸਿੱਖਾਂ ਦੀ ਬਾਣੀ ਹੈ, ਧਿਆਨ ਨਾਲ ਸੁਣਿਓ। ਗੁਰੂ ਅਮਰਦਾਸ ਜੀ ਮਹਾਰਾਜ ਜਦੋਂ ਗੋਇੰਦਵਾਲ ਰਹਿੰਦੇ ਸੀ ਨਾ, ਗੋਇੰਦਵਾਲ, ਤੇ ਉੱਥੇ ਇੱਕ ਮਾਈ, ਉਹ ਇੱਕ ਬੀਬੀ, ਉਹਦਾ ਕੋਈ 13 ਸਾਲ ਦਾ ਬੱਚਾ ਸੀ, ਉਹ ਚਲਾਣਾ ਕਰ ਗਿਆ। ਗੋਇੰਦਵਾਲ ਦੀ ਗੱਲ ਹੈ। 22 ਸਾਲ ਗੁਰੂ ਅਮਰਦਾਸ ਜੀ ਸਰੀਰ ਕਰਕੇ ਗੋਇੰਦਵਾਲ ਰਹੇ। 2 ਮਿੰਟ ਲਾ ਕੇ ਮੈਂ ਸਮਾਪਤੀ ਕਰਦਾ। ਗੁਰੂ ਅਮਰਦਾਸ ਜੀ 22 ਸਾਲ ਗੋਇੰਦਵਾਲ ਰਹੇ। ਜਦੋਂ ਗੁਰੂ ਨਾਨਕ ਦੇਵ ਨੇ ਭਾਈ ਲਹਿਣਾ ਜੀ ਨੂੰ ਗੱਦੀ ਦਿੱਤੀ, ਗੁਰੂ ਅੰਗਦ ਦੇਵ ਨੂੰ, ਉਹਨਾਂ ਨੂੰ ਕਿਹਾ ਵੀ ਕਰਤਾਰਪੁਰ ਗੱਦੀ ਦਿੱਤੀ, ਕਹਿੰਦੇ ਗੁਰੂ ਸਾਹਿਬ ਚਲੇ ਜਾਓ। ਇਸੇ ਤਰ੍ਹਾਂ ਜਦੋਂ ਗੁਰੂ ਅਮਰਦਾਸ ਨੂੰ ਗੁਰੂ ਸਾਹਿਬ ਗੱਦੀ ਦਿੱਤੀ, ਕਹਿੰਦੇ ਗੋਇੰਦਵਾਲ ਵਸਾਓ। ਜਾਣੀ ਕਿ ਉੱਥੇ ਨਹੀਂ ਰਹੇ, 22 ਸਾਲ ਰਹੇ। ਇੱਕ ਦਿਨ ਦੀ ਗੱਲ ਹੈ, ਅੰਮ੍ਰਿਤ ਵੇਲੇ ਦੇ ਤਕਰੀਬਨ 4 ਵਜੇ ਹੋਏ ਨੇ। ਇੱਕ ਬੀਬੀ ਜ਼ੋਰ ਜ਼ੋਰ ਦੀ ਬੈਂਡ ਪਾਉਣ ਲੱਗੀ, ਜ਼ੋਰ ਜ਼ੋਰ ਦੀ ਬੈਂਡ। ਹੁਣ ਉਦੋਂ ਮੋਟਰ ਦਾ ਹੁੰਦੀਆਂ ਸ਼ੋਰ ਸ਼ਰਾਬਾ ਘੱਟ ਸੀ, ਸਾਰੇ ਪਿੰਡ ਵਿੱਚ ਬੈਂਡ ਸੁਣੇ। ਉਸ ਵਿਧਵਾ ਬੀਬੀ ਨੇ ਸੋਚਿਆ ਵੀ ਚਲੋ ਬੰਦਾ ਤਾਂ ਮੇਰਾ ਚਲਾ ਗਿਆ, ਵੀ ਮੈਂ ਬੱਚੇ ਦੇ ਸਿਰ ਤੇ
सदा सिर सदा तेरी नाम मन नाम जिनका मन बसया माटी शब्द कनेरे नानक सच्चे साहिब ज्ञान साचा नाम मेरा आधार साच नाम आधार मेरा जन्म मन शांत सुख मन हर से आज मेरी इच्छा सार सदा पुराण पिता गुरु बिट्टो जिंदगी आए बड़े नानक सुनो संतो शब्द करो प्यारो साचा नाम मेरा आधार वाटे मन शब्द का सुबह शब्द पंच दूध दूध वास कीते काल कट कुमार या दुर्गार पाया नाम हर कह नानक तस हो भगत कर अनहद बाजे पार ब्रह्म पाया उतरे सगल दुख रोग संताप उतरे सोनी सच्ची बाणी संत साजन भय सरस पूरे गुरदेव सुनते पुनित कहते सतगुरु रहया पर बिरवंत नानक उच्चारण लागी बाजे बना पवन गुरु पाणी पिता माता तरत महात दूसरा लाई जगैया पुरैया वच धर्म करमी आपो आपनी जिंदगी नाम आया शब्द नानक के मुझ लेके सुनिया उठा कर तुम भय अगलर समागरी तुमरै सूत्र तारी तुम ते हो तुमरी गाता मित तुम्ही जानी नानक दास जी तुद आगे अरदास हमारी नानक साध तेरी वड्याई कोई नाम न जाने वाहिगुरु 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 ਸਾਹਿਬ ਜੀ ਕੀ ਨੇ ਤਾਂ ਨਿਵਾਰਨ ਹਾਰ ਬਖੰਤਾ ਸੁਖਰਾਸ ਤਾਕੋ ਬਿਨਾ ਕੋ ਲਾਗੇ ਜਨ ਕੀ ਪ੍ਰਵਾਗੇ ਅਰਦਾਸ ਅਰਦਾਸ ਤੁਰਾਂ ਦੇ ਚਰਨ ਕੋਲਾਂ ਪਾਸੇ ਓਮਕਾਰ ਸ੍ਰੀ ਵਾਹਿਗੁਰੂ ਕੀ ਫਤਿਹ ਸ੍ਰੀ ਭਗਵਤੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਤੀ ਸਿਮਰ ਕੈ ਗੁਰੂ ਨਾਨਕ ਜੀ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੁ ਸ੍ਰੀ ਹਰਿ ਰਾਏ श्री हर कृष्ण जी की आई है जैसे लिखिया सब खजाए गुरु तेग बहादुर साहब सिमरिया का रमन का बताए दसम पातशाह गुरु श्री महाराज सावधान योगी सहाय सावधान योगी सहाय दसम पातशाह जब की जो कहा दूसरा बराबर को चौर शतक करता दे मानक ज्ञान के दे विराजमान धारू ग्रंथ सही दे पार दर्शन दिदारे राज अंतर के बोलो जी गुरु महाराज के पंच प्यारे चार साहिबजादे 40 मुक्ते हटियां जपियां जपियां जिन्हां ने तेरा नाम जपिया बन के छड़िया दीप जलाई ते वाहिगुरू सुन के नित कीता तुहां दी कमाई हत्थ अंदर के बोलो जी जिन्हां सिवा सिवनियां चंगियां ने धर्म दे लई सीस दित्ते बन बन कटवाए चरखड़ियां दे चढ़े आरियां दे नाल पंजरवाए गुरुद्वारे दी सेवा दे लई कुर्बानियां कीतियां धर्म दी हारिया सिੱਖੀ सदका केसां ते सवासां दे संग रहाई इन्हां दी कमाई दा ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਮੂਹ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੈ चित्तावर का सबका सब सुख होवे जहाँ जहाँ खालसा जी साहब तहाँ तहाँ चेहरे देखते फतेह करत की पैर पंथ की जीत श्री साहब जी सहाय गुरु खालसा जी के बोल वाले बोलो जी आप जी सिखा दा मानीमा मत उच्ची मत पद का रखा है आप काल वाहिगुरू बख्शो जी आप जी सिखा नु सिखी दान केस दान रहत दान बेग दान साह दान नाम दान दाना सरदार नाम दान श्री अमृत सर साहब जी के दर्शन इशनार चौकियां चड्डे मुंगे जुग जुगे टल धर्मियां का जय जयकार बोलो जी श्री ननकाना साहिब गुरुद्वारे गुरधामां तो जिन्हां तो प्यारे पंथ नूं छुड़िया गया है जी खुले दर्शन दिदार ते सेवा संभाल दा दान प्यारे खालसा जी बख्शो जी हे जमाने दे मान निताने दे तान न्योटियां दी ओट ने आसरे दे आसरे धन गुरु ग्रंथ साहिब महाराज जी अरदासां बेनतियां जोड़ियां ने सच्चे पातशाह गुरु महाराज
आप ही का फरमान है सच्चे पातशाह जी जिहा जी लिखिया ते हो हुक्म कमाए कदे मैं नानका सदे उठी जाए नाले महावाक अनुसार सच्चे पातशाह गुरु महाराज गुरु घर के सेवादार स्वर्गवासी भाई रणजीत सिंह जी सच्चे पातशाह स्वासां की पूंजी को पूरा करते समाध लोक ते आए सन सच्चे पातशाह गुरु महाराज और जो आपका बुलावा सच्चे पातशाह गुरु महाराज जी आपके शरण में पहुंचे कृपा करनी भाई रणजीत सिंह तो इस दुनिया से रहने तो सच्चे पातशाह कार्य करदे तो कई तरह दी भुलां गलतियां होईयां ने जीवन दे विच माफ करनियां सच्चे पातशाह जी अपने चरणों के विच सरीरू आत्मा नूं निवास बख्शना परिवार नूं भाना दा बख्शना गुरु महाराज कृपा करनी हे काल प्रभु गुरु महाराज ने जगत परिवार वालों आप जी का आसरा तकते हुए सच्चे पातशाह कई दिनों तो आप जी धुरकी बाणी आई तो साडी चित्त मिटाई दे श्री सहज पाठ प्रकाश करवाए सन जो सच्चे पातशाह गुरु महाराज जी अमृत वेले भोग पाए गए उपरंत एक प्रभु गुरु महाराज आप जी विधि विच शब्द कीर्तन होए सच्चे पातशाह गुरु महाराज कथा वगैरह सच्चे पातशाह कृपा करनी जो भी गुरबाणी कीर्तन पढ़िया सुनिया गया सच्चे पातशाह गुरु महाराज जी लिखिया विच प्रवान करनी इस विसरीरू आत्मा के हृदय में प्रवेश करना कृपा करनी गुरु महाराज जी भाई रणजीत सिंह नूं आवागुण के चक्करों तो बचा के जन्म मरण के चक्करों तो बचा के गुरु महाराज अपने चरणों के विच निवास बख्शना गुरु महाराज पुछण दे परिवार नूं भाना मनवा बख्शना गुरु महाराज औखी घड़ी ना देखण दी अपना दिल संभाले रखिया करनी गुरु महाराज ना समय मुख रखदिया होया गुरुमुख परिवार वालों आप ही सुंदर नवाजे विसाखे कनैन सच्चे पातशाह की कार करो गुरुमुख परिवार के लोग के प्रलोक के विच पर्दे ढक के रखने सच्चे पातशाह गुरु महाराज इन्हां समय मुख रखना गुरु परिवार वालों आप ही विधि विच पितर कड़ाह प्रसाद की देग हाल है प्रवान करो प्रवान होया प्रसाद संगत विच वरते गुरु महाराज हो सके वाहिगुरू वाहिगुरू नाम जपे सच्चे पातशाह गुरु ने कृपा करनी समूह संगतां दे वल्लों हारी प्रवान करनी तरफल भेटा कीते प्रवान करने गुरु महाराज जी सो इन्हां दी निमित्त गुरुद्वारा साहिब आया अरदास कराई सच्चे पातशाह जी खिलाने कबूल करने काल कंड कबूल करने हे काल प्रभु गुरु महाराज समूह संगतां दा सेवादारां दा चलिया होया कदम कदम आप जी दे दर तक दा लेखे विच प्रवान करना हाजियां प्रवान करनियां सच्चे पातशाह जी सर्वत संगतां नूं सेवादारां नूं परिवार नूं सच्चे पातशाह जी तरफ दा मान बख्शना गुर सिੱਖੀ जी नूं बख्शना नाम दी दात बख्शनी हर मैदान फतेह करना सच्चे पातशाह जी कृपा करो गुरु महाराज जी आप दा हुक्म नाल सुना के संपूर्ण निहाल करो हुक्मनामे नूं मनण दी समझण दी समर्था बख्शो जी सही प्यारे मेल जिन्हां मेरे तो आपदा नाम सतनाम श्री वाहिगुरू चितावै अड़े सो चढ़े सन पिया सो करे नानक नाम चढ़ती कला तेरे पानी वाहिगुरू जी का खालसा वाहिगुरू दोहरा आज्ञा पई अकाल की तवे चलायो पंथ सब सिखर को हुक्म है गुरु मान्यो ग्रंथ गुरु ग्रंथ जी मान्यो प्रगट गुरा की दे जो प्रभु को मिलो चाहे शब्द में ले राज करेगा खालसा की न कोई बार हुए सा मिलनगे शरण जो होए वाहिगुरू नाम जहाज है बड़े सुतरे पार जो सरदा कर से मंदे पार तरन जो सरदा कर से मंदे पार तरन बोले सोनिहाल वाहिगुरू सतनाम श्री वाहिगुरू साहिब जी सतनाम श्री वाहिगुरू साहिब जी जिहा जी लिखिया ते हुक्म कमाई कलिया मैं नानका सद उठी जाय सज्जन सच्चा पातशाह सिरसां साह जिस पास बैठिया सोई है सबना का विसा सतनाम श्री वाहिगुरू जी टोटी महला पंजवा
ਰਸਨਾ ਗੁਣ ਗੋਪਾਲ ਨਿਤ ਗਾਇਣਾ ਸਾਤ ਸਹਿਜ ਰਹਿ ਸਮਨ ਉਪਜਿਉ ਸਗਲੇ ਦੁਖ ਪਲਾਇਣਾ ਰਸਨਾ ਗੁਣ ਗੋਪਾਲ ਨਿਤ ਗਾਇਣਾ ਸਾਤ ਸਹਿਜ ਰਹਿ ਸਮਨ ਉਪਜਿਉ ਸਗਲੇ ਦੁਖ ਪਲਾਇਣਾ ਰਾਮ ਜੋ ਮਾਗੈ ਸੋਈ ਸੋਈ ਪਾਈ ਸੇਵਾ ਕੇ ਚਰਨ ਰਸਾਇਣਾ ਜਨਮ ਮਰਨ ਦੋਹੂ ਤੇ ਛੁਟਾਏ ਭਵ ਜਲ ਜਗਤ ਤਰਾਇਣਾ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣਾ ਅਵਨਾਸੀ ਕੇਵ ਚਾਹੈ ਜੇ ਨਾਨਕ ਸਦਾ ਸਿਮਰ ਨਾਰਾਇਣ ਅਵਨਾਸੀ ਕੇਵ ਚਾਹੈ ਜੇ ਨਾਨਕ ਸਦਾ ਸਿਮਰ ਨਾਰਾਇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਸਾਰੀਆਂ ਸੰਗਤਾਂ ਨੂੰ ਭਾਈ ਪਤਾ ਹੈ ਕਿ ਗੁਰੂ ਘਰ ਦੇ ਸੇਵਾਦਾਰ ਸਵਰਗਵਾਸੀ ਭਾਈ ਰਣਜੀਤ ਸਿੰਘ ਜੀ ਠੇਕੇਦਾਰ ਤੇ ਭਾਈ ਸਵਾਸਾਂ ਦੀ ਪੂਜੀ ਨੂੰ ਪੂਰਾ ਕਰਦੇ ਹੋਏ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ ਹਨ। ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਭਾਈ ਅਰਦਾਸਾਂ ਬੇਨਤੀਆਂ ਹੋਈਆਂ ਨੇ ਸਤਿਗੁਰਾਂ ਦੇ ਅੱਗੇ, ਪਾਠ ਹੋਏ ਨੇ ਔਰ ਕੀਰਤਨ ਸ਼ਬਦ ਹੋਇਆ ਹੈ। ਸੋ ਬਹੁਤੇ ਵਿਸਥਾਰ ਦੇ ਵਿੱਚ ਅਸੀਂ ਨਹੀਂ ਜਾਣਾ ਚਾਹੁੰਦੇ ਕਿਉਂਕਿ ਬੁਲਾਰੇ ਆਏ ਹੋਏ ਨੇ। ਬਾਬਾ ਜੀ ਮਹਿੰਦਰ ਸਿੰਘ ਜੀ ਸਾਡੇ ਗੁਰਦੁਆਰਾ ਸਾਹਿਬ ਦੇ ਸਕੱਤਰ ਕਮੇਟੀ ਦੇ ਮੈਂਬਰ ਨੇ। ਸੋ ਮੈਂ 2 ਮਿੰਟ ਬਸ, ਕਿਉਂਕਿ ਭਾਈ ਸਾਡਾ ਵੀ ਫਰਜ਼ ਬਣਦਾ ਹੈ ਸਾਡੇ ਗੁਰੂ ਘਰ ਦੇ ਸੇਵਾਦਾਰ ਸਾਨੂੰ, ਕਿਉਂਕਿ ਬੜੀ ਔਖੀ ਗੱਲ ਹੈ ਗੁਰਮੁਖ ਪਿਆਰਿਓ ਤੇ ਗੁਰਮੁਖ ਪਰਿਵਾਰ। ਸੋ ਭਾਈ ਰਣਜੀਤ ਸਿੰਘ ਜੀ ਠੇਕੇਦਾਰ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਚਲੇ ਜਾਣ ਦੇ ਉੱਤੇ ਰਣਜੀਤ ਸਿੰਘ ਦੇ ਅੰਤਮ ਅਰਦਾਸ ਦੇ ਅੰਦਰ ਜੁੜੇ ਬਹੁਤ ਦੂਰੋਂ ਦੂਰੋਂ ਆਏ ਸਮਾਜ ਦੇ ਅੰਦਰ ਕੰਮ ਕਰਨ ਵਾਲੇ, ਉਹਦੀ ਪਾਰਟੀ ਨਾਲ ਸੰਬੰਧਿਤ, ਸ਼ਹਿਰ ਨਾਲ ਸੰਬੰਧਿਤ ਬਹੁਤ ਸਾਰੇ ਦੂਰੋਂ ਦੂਰੋਂ ਚੱਲ ਕੇ ਆਏ ਨੇ, ਜਿਨ੍ਹਾਂ ਸੱਜਣਾਂ ਨੂੰ ਮੈਂ ਜਾਣਦਾ ਕਿ ਬਹੁਤ ਦੂਰੋਂ ਦੂਰੋਂ ਨੇ। ਔਰ ਅੱਜ ਅਸੀਂ ਜਦੋਂ ਭਾਈ ਰਣਜੀਤ ਸਿੰਘ ਦੀ ਅੰਤਮ ਅਰਦਾਸ ਦੇ ਵਿੱਚ ਇਕੱਠੇ ਹੋਏ ਹਾਂ, ਉਹਨਾਂ ਦਾ ਇਸ ਸੰਸਾਰ ਤੋਂ ਚਲੇ ਜਾਣਾ ਔਰ ਸਮਾਜ ਦੇ ਅੰਦਰ ਖਲਾ ਪੈਦਾ ਹੋ ਜਾਣਾ, ਪਰਿਵਾਰ ਦੇ ਬਾਰੇ 'ਚ ਬਹੁਤ ਵੱਡਾ ਖਲਾ ਪੈਦਾ ਹੋਣਾ। ਔਰ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਲਿਖਿਆ ਕਿ ਉਮਰ ਦੇ ਹਿਸਾਬ ਨਾਲ ਔਰ ਆਪਣੀ ਉਮਰ ਭੋਗਣ ਤੋਂ ਬਾਅਦ ਬੰਦਾ ਇਸ ਸੰਸਾਰ ਤੋਂ ਕੂਚ ਕਰੇ ਤਾਂ ਉਹਦਾ ਦੁੱਖ ਘੱਟ ਹੁੰਦਾ ਹੈ, ਲੇਕਿਨ ਆਪਾਂ ਸਹਿਣਯੋਗ ਹੁੰਦਾ ਹੈ। ਆਪਾਂ ਉਹਦੇ 'ਚ ਸਾਰੇ ਕਹਿੰਦੇ ਆ ਕਿ ਚਲੋ ਆਪਣੀ ਪੂਰੀ ਉਮਰ ਭੋਗ ਕੇ ਗਿਆ। ਔਰ ਰਣਜੀਤ ਸਿੰਘ ਜੀ ਦਾ ਇਸ ਵਕਤ ਚਲੇ ਜਾਣਾ ਬਹੁਤ ਦੁਖਦਾਈ ਹੈ ਔਰ ਸਮਾਜ ਨੂੰ ਘਾਟਾ ਹੈ, ਬਹੁਤ ਸਾਰੀਆਂ ਸੰਸਥਾਵਾਂ ਨੂੰ ਘਾਟਾ ਹੈ। ਔਰ ਉਹਦੇ ਜਾਣ ਤੇ ਜਿੱਥੇ ਅਸੀਂ ਅਫਸੋਸ ਕਰ ਰਹੇ ਹਾਂ, ਜਿੱਥੇ ਅਸੀਂ ਦੁੱਖ ਸਾਂਝਾ ਕਰ ਰਹੇ ਹਾਂ, ਪਰਿਵਾਰ ਦੇ ਨਾਲ ਦੁੱਖ ਵੰਡਾ ਰਹੇ ਹਾਂ, ਉੱਥੇ ਅਸੀਂ ਇਹ ਜਿਹੜੀਆਂ ਚੱਲ ਰਹੀਆਂ ਬਿਮਾਰੀਆਂ ਦੇ ਬਾਰੇ 'ਚ ਪ੍ਰਚਲਿਤ ਧਾਰਨਾਵਾਂ ਨੇ, ਉਹਨਾਂ ਦੇ ਬਾਰੇ 'ਚ ਵੀ ਕੁਝ ਸਾਰੇ ਜਿਹੜੇ ਸੱਜਣ ਮੇਰੇ ਆਏ ਨੇ ਔਰ ਉਹ ਤੁਹਾਡੇ ਨਾਲ ਇਹ ਵਿਚਾਰਾਂ ਸਾਂਝੀਆਂ ਕਰਨਗੇ ਕਿ ਬਿਮਾਰੀਆਂ ਜਿਹੜੀਆਂ ਇਸ ਸਮਾਜ ਦੇ ਅੰਦਰ ਪੈਦਾ ਹੋ ਰਹੀਆਂ ਨੇ ਔਰ ਇਸ ਕਰਕੇ ਕਿਉਂ ਪੈਦਾ ਹੋ ਰਹੀਆਂ ਨੇ, ਇਹਦੇ ਲਈ ਸੋਚਣਾ, ਇਹਦੇ ਲਈ ਵਿਚਾਰਨਾ ਆਪਣਾ ਸਾਰਿਆਂ ਦਾ ਇਹ ਫਰਜ਼ ਬਣ ਜਾਂਦਾ ਹੈ।
ਤੇ ਅਸੀਂ ਦੁਖਦਾਈ ਦੇ ਮੌਕੇ ਤੇ ਜਦੋਂ ਅਸੀਂ ਇਕੱਠੇ ਹੋਏ ਆ ਤਾਂ ਉਹਦੇ ਚਲੇ ਜਾਣ ਦੇ ਜਿਹੜੇ ਰੀਜ਼ਨ ਨੇ ਉਹਨਾਂ ਦੇ ਬਾਰੇ 'ਚ ਅਸੀਂ ਥੋੜਾ ਸਮਾਜ ਦੇ ਅੰਦਰ ਸਮਾਜ ਨੂੰ ਚੇਤਨ ਕਰਨ ਦੀ ਕੋਸ਼ਿਸ਼ ਕਰੀਏ ਕਿ ਇੱਕ ਜਿਹੜਾ ਵਾਇਰਸ ਨਾਂ ਦੀ ਬਿਮਾਰੀ ਫੈਲੀ ਹੈ, ਇਹ ਕਿਉਂ ਫੈਲ ਗਈ ਹੈ ਔਰ ਇਹ ਹੋਰ ਤਰ੍ਹਾਂ ਦੀਆਂ ਬਿਮਾਰੀਆਂ, ਇੱਕ ਬਿਮਾਰੀ ਠੀਕ ਨਹੀਂ ਹੁੰਦੀ, ਦੂਸਰੀ ਬਿਮਾਰੀ ਹੋਰ ਆ ਜਾਂਦੀ ਹੈ, ਤੀਸਰੀ ਬਿਮਾਰੀ ਹੋਰ ਆ ਜਾਂਦੀ ਹੈ ਔਰ ਐਸੀਆਂ ਨਾਮਰਦ ਬਿਮਾਰੀਆਂ ਇਸ ਸਮਾਜ ਦੇ ਅੰਦਰ ਚੱਲਤ ਨੇ ਜਿਨ੍ਹਾਂ ਦਾ ਕੋਈ ਇਲਾਜ ਛੇਤੀ ਕਰਨ ਲੱਭ ਨਹੀਂ ਰਿਹਾ। ਔਰ ਇਸ ਕਰਕੇ ਮੈਂ ਥੋੜਾ ਜ਼ਿਆਦਾ ਸਮਾਂ ਇਸ ਕਰਕੇ ਨਹੀਂ ਲੈਣਾ ਚਾਹੁੰਦਾ ਕਿ ਕੋਈ ਮਾਹੌਲ ਇਸ ਟਾਈਪ ਦਾ ਨਹੀਂ ਹੈ, ਸਮਾਂ ਇਸ ਟਾਈਪ ਦਾ ਨਹੀਂ ਹੈ ਕਿ ਆਪਾਂ ਖੁੱਲ੍ਹੀਆਂ ਚਰਚਾ ਕਰ ਸਕੀਏ। ਔਰ ਇਹ ਇੱਕ ਵਾਇਰਸ ਨਾਂ ਦੀ ਬਿਮਾਰੀ ਹੈ ਜਿਹਨੇ ਬਹੁਤ ਜ਼ਿਆਦਾ ਮਾਰੂ ਰੂਪ ਅਖਤਿਆਰ ਕਰ ਲਿਆ ਹੈ ਔਰ ਇਹਦੇ ਅੰਦਰ ਸਮਾਜ ਦਾ ਜਿੱਥੇ ਆਪਣੀਆਂ ਸਮਾਜਿਕ ਜਿਹੜੀਆਂ ਰੀਤਾਂ ਨੇ ਉਹ ਪੂਰੀਆਂ ਕਰ ਰਹੇ ਨੇ ਔਰ ਇਸ ਬਿਮਾਰੀ ਤੋਂ ਆਪਣਾ ਬਚਾਅ ਉਪਰਾਲੇ ਵੀ ਕਰ ਰਹੇ ਨੇ ਔਰ ਉੱਥੇ ਕਈ ਕਿਸਮ ਦੀਆਂ ਜਿਹੜੀਆਂ ਸਾਈਡ ਦੀਆਂ ਸਾਡੀਆਂ ਗੱਲਾਂ ਨੇ ਜੋ ਪ੍ਰਬੰਧ ਨੇ ਕਰਨੀਆਂ ਹੁੰਦੀਆਂ ਨੇ ਉਹਨਾਂ ਤੇ ਵੀ ਕਈ ਕਿੰਤੂ ਪਰੰਤੂ ਉੱਠਦੇ ਨੇ। ਡਾਕਟਰਾਂ ਦਾ ਪ੍ਰਬੰਧ ਨਾ ਹੋਣਾ, ਹਸਪਤਾਲਾਂ ਦੇ ਅੰਦਰ ਮਤਲਬ ਕੋਈ ਪ੍ਰਬੰਧ ਨਾ ਹੋਣਾ, ਦਵਾਈ ਦਾ ਨਾ ਹੋਣਾ, ਆਕਸੀਜਨ ਦਾ ਨਾ ਹੋਣਾ ਜਾਂ ਜੋ ਸਲਾਮਤ ਨਾਲ ਚੀਜ਼ਾਂ ਲੋੜੀ ਦੀਆਂ ਨੇ ਉਹਨਾਂ ਦੀ ਘਾਟ ਪੈ ਜਾਣਾ ਔਰ ਇਹ ਸਮਾਜ ਦੇ ਅੰਦਰ ਬਹੁਤ ਜ਼ਿਆਦਾ ਦੁਖਦਾਈ ਹੈ। ਔਰ ਸੋ ਮੈਂ ਥੋੜਾ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਹੋਰ ਬਹੁਤ ਸਾਰੇ ਸੱਜਣ ਸਾਡੇ ਕੋਲੇ ਆਏ ਨੇ ਔਰ ਮੈਂ ਉਹਨਾਂ ਨੂੰ ਬੁਲਾਵਾਂ ਔਰ ਅਸੀਂ ਗੁਰਦੁਆਰਾ ਕਮੇਟੀ ਵੱਲੋਂ ਸਾਰੀ ਕਮੇਟੀ ਔਰ ਸਾਰਾ ਪ੍ਰਬੰਧ ਦਾ ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਦੇ ਦੁੱਖ 'ਚ ਸ਼ਾਮਲ ਹੁੰਦਾ ਹੈ ਔਰ ਅਸੀਂ ਉਹ ਸਾਡਾ ਜਿਹੜਾ ਸੱਜਣ ਸੀ ਉਹ ਸਾਡੇ ਕਮੇਟੀ ਦੇ ਨਾਲ ਕਈ ਚੀਜ਼ਾਂ ਤੋਂ ਦੀ ਵਿਲੱਖਣਤਾ ਸੀ ਔਰ ਲੰਗਰ ਦੇ ਅੰਦਰੋਂ ਪ੍ਰਬੰਧ ਦੀ ਦੇਖ ਰੇਖ 'ਚ ਮਤਲਬ ਖੁਸ਼ੀ ਮਹਿਸੂਸ ਕਰਦਾ ਸੀ। ਲੰਗਰ ਦੇ ਪ੍ਰਬੰਧ ਦੇ ਉਹਨੇ ਵਕਤੇ ਉੱਠ ਕੇ ਆਉਣਾ ਔਰ ਜਲਦੀ ਉੱਠ ਕੇ ਆ ਜਾਣਾ, ਸੇਵਾ ਉਹਨੇ ਨਿਭਾਉਣੀ ਔਰ ਉੱਥੇ ਕਮੇਟੀ ਦਾ ਵੀ ਅਸੀਂ ਜਦੋਂ ਵੀ ਕੋਈ ਫੰਕਸ਼ਨ ਕਰਨਾ, ਜਦੋਂ ਵੀ ਕੋਈ ਮਤਲਬ ਕੋਈ ਪ੍ਰੋਜੈਕਟ ਲਾਉਣਾ ਅਸੀਂ ਉਹਨਾਂ ਨੂੰ ਡਿਊਟੀ ਦੇ ਤੌਰ ਤੇ ਮਤਲਬ ਜਦੋਂ ਕਹਿਣਾ ਤਾਂ ਉਹਨਾਂ ਨੇ ਖਿੜੇ ਮੱਥੋਂ ਗੱਲ ਨੂੰ ਪ੍ਰਵਾਨ ਕਰਨਾ। ਅਸੀਂ ਕਈ ਵਾਰ ਉਹਦੀ ਹੈਸੀਅਤ ਤੋਂ ਜ਼ਿਆਦਾ ਵੀ ਵਜਨ ਪਾ ਦਿੰਦੇ ਸਾਂ ਪਰ ਉਹਨਾਂ ਨੇ ਕਦੇ ਨਹੀਂ ਸੀ ਕਿਹਾ ਕਿ ਯਾਰ ਮੇਰੀ ਇਹ ਮਤਲਬ ਪਹੁੰਚ ਦੇ ਅੰਦਰ ਨਹੀਂ ਹੈ, ਪਰ ਉਹਨੇ ਕਹਿਣਾ ਕਿ ਠੀਕ ਆ ਤੁਸੀਂ ਇਹ ਕਹਿਤਾ ਮੈਂ ਇਹਨੂੰ ਪੂਰਾ ਕਰਾਂ ਔਰ ਉਹ ਸਾਡਾ ਇੱਕ ਗਲਾ ਸੱਜਣ ਇਸ ਦੁਨੀਆ ਤੋਂ ਚਲਿਆ ਗਿਆ ਔਰ ਅਸੀਂ ਬਹੁਤ ਦੁੱਖ ਮਹਿਸੂਸ ਕਰਦੇ ਹਾਂ ਔਰ ਇਸ ਕਰਕੇ ਅਸੀਂ ਉਹਨਾਂ ਦੇ ਪਰਿਵਾਰ ਨਾਲ ਜਿਹੜਾ ਹਮਦਰਦੀ ਪ੍ਰਗਟ ਕਰਦੇ ਹਾਂ। ਹੁਣ ਮੈਂ ਕਾਂਗਰਸ ਪਾਰਟੀ ਤੋਂ ਜ਼ਿਲ੍ਹਾ ਪ੍ਰਧਾਨ ਰਾਜਾ ਵੀਰ ਕਲਾਂ ਜੀ ਜਿਹੜੇ ਮੇਰੇ ਬੜੇ ਪੁਰਾਣੇ ਮਿੱਤਰ ਨੇ, ਅਸੀਂ ਬੜਾ ਇਕੱਠਾ ਕੰਮ ਕਰਿਆ ਔਰ ਅਸੀਂ ਕਾਫੀ ਜ਼ਿਆਦਾ ਸਹਿਯੋਗੀ ਹਾਂ ਇੱਕ ਦੂਸਰੇ ਦੇ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਚੰਦ ਮਿੰਟਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਦੁੱਖ ਤੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਅਸੀਂ ਬਹੁਤ ਹੀ ਪਿਆਰੀ ਸ਼ਖਸੀਅਤ ਦਰਵੇਸ਼, ਬਹੁਤ ਹੀ ਪਿਆਰੀ ਪਰਸਨੈਲਿਟੀ ਸਰਦਾਰ ਰਣਜੀਤ ਸਿੰਘ ਜੀ ਦੀ ਅੰਤਿਮ ਅਰਦਾਸ ਦੇ ਵਿੱਚ ਇਕੱਤਰ ਹੋਏ ਹਾਂ। ਬੜੇ ਦੁੱਖ ਦੇ ਨਾਲ ਇਹ ਸ਼ਬਦ ਕਹਿਣਾ ਪੈ ਰਿਹਾ ਹੈ ਕਿਉਂਕਿ ਉਹਨਾਂ ਬਾਰੇ, ਉਹਨਾਂ ਦੀ ਸ਼ਖਸੀਅਤ ਬਾਰੇ ਪੱਠਲ ਸਾਹਿਬ ਨੇ ਬੜਾ ਵਿਸਥਾਰ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਦੱਸਿਆ ਹੈ। ਸੋ ਮੈਂ ਜਦੋਂ ਵੀ ਮਿਲਿਆ, ਜਦੋਂ ਵੀ ਉਹਨਾਂ ਨਾਲ ਬੈਠਣ ਦਾ ਸਮਾਂ ਮਿਲਿਆ ਤਾਂ ਸ਼ਾਂਤਚਿੱਤ ਸੁਭਾਅ ਦੇ ਮਾਲਕ, ਦਸਾਂ ਨੌਹਾਂ ਦੀ ਕਿਰਤ ਕਰਨ ਵਾਲਾ ਇਨਸਾਨ, ਸਮਾਜ ਸੇਵਕ ਔਰ ਸੱਜਣਾਂ ਨੂੰ ਵੀ ਚੰਗੀ ਸਿੱਖਿਆ ਦੇਣ ਵਾਲੀ ਸ਼ਖਸੀਅਤ ਦਾ ਮਾਲਕ ਸੀ ਸਰਦਾਰ ਰਣਜੀਤ ਸਿੰਘ। ਪਿੱਛੇ ਥੋੜਾ ਸਮਾਂ ਪਹਿਲਾਂ ਬੜੇ ਚਾਵਾਂ ਦੇ ਨਾਲ, ਬੜੀਆਂ ਸਦਰਾਂ ਦੇ ਨਾਲ ਆਪਣੀ ਪਿਆਰੀ ਧੀ, ਪਿਆਰੀ ਬੇਟੀ ਦਾ ਵਿਆਹ ਕੀਤਾ ਤਾਂ ਉਸ ਸਮੇਂ ਵੀ ਉਹਨਾਂ ਦੇ ਸਰਕਲ ਦੇ ਲੋਕਾਂ ਨੂੰ
ਉਹਨਾਂ ਦੇ ਸਹਿਚਾਰ ਵਾਲੇ ਲੋਕਾਂ ਨੂੰ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਮਿਲਣ ਦਾ ਸਮਾਂ ਮਿਲਿਆ। ਸੋ ਬੜੀ ਸਮਾਜ ਦੇ ਵਿੱਚ ਚੰਗੀ ਕਮਾਈ ਕੀਤੀ ਹੋਈ ਸੀ ਉਸ ਇਨਸਾਨ ਨੇ। ਠੇਕੇਦਾਰੀ ਦਾ ਕੰਮ ਕੀਤਾ ਔਰ ਆਪਣੇ ਬੱਚੇ ਨੂੰ, ਮੇਰੇ ਛੋਟੇ ਵੀਰ ਰਵਿੰਦਰ ਮੀਰ ਨੂੰ ਉਂਗਲ ਫੜ ਕੇ ਇਸ ਕੰਮ ਦੇ ਵਿੱਚ ਲਾਇਆ ਔਰ ਸੱਚੀ ਸੁੱਚੀ ਨੀਅਤ ਹੋਣ ਕਾਰਨ ਉਹਨਾਂ ਦੇ ਬੱਚੇ ਨੇ, ਸਾਡੇ ਛੋਟੇ ਭਰਾ ਨੇ ਇਸ ਸਮਾਜ ਦੇ ਵਿੱਚ, ਠੇਕੇਦਾਰੀ ਸਿਸਟਮ ਦੇ ਵਿੱਚ, ਅਫਸਰਾਂ ਦੇ ਵਿੱਚ ਆਪਣੀ ਇੱਕ ਚੰਗੀ ਪਹਿਚਾਣ ਤੇ ਆਪਣੀ ਚੰਗੀ ਦਿੱਖ ਬਣਾਈ ਔਰ ਜਿਹਦੇ ਕਰਕੇ ਕੁਝ ਹੀ ਸਮੇਂ ਦੇ ਵਿੱਚ, ਬਹੁਤ ਘੱਟ ਸਮੇਂ ਦੇ ਵਿੱਚ, ਜਿੱਥੇ ਇਹਨਾਂ ਦੇ ਜਿਹੜਾ ਮਹਿਕਮੇ ਦੇ ਵਿੱਚ ਚੋਣ ਹੋਈ ਬੋਡੀ ਦੀ, ਡਾਇਰੈਕਟਰ ਦੀ, ਉਹਦੇ ਵਿੱਚ ਇਹ ਪ੍ਰਧਾਨ ਬਣੇ ਔਰ ਉਸ ਤੋਂ ਬਾਅਦ ਡਾਇਰੈਕਟਰ ਚੁਣੇ ਗਏ। ਉਹਦੇ ਨਾਲ ਸ਼੍ਰੀ ਵਿਜੇਂਦਰ ਸਿੰਗਲਾ ਜਿਹੜੇ ਸਾਡੇ ਵਜ਼ੀਰ ਨੇ ਕੈਬਨਿਟ ਦੇ, ਜਿਹੜੇ ਸੰਗਰੂਰ ਦੇ ਸੇਵਾਦਾਰ ਨੇ ਹਲਕੇ ਦੇ, ਉਹਨਾਂ ਦੇ ਨਾਲ ਰਹਿ ਕੇ ਇਲਾਕੇ ਦੇ ਵਿੱਚ, ਆਪਣੇ ਏਰੀਆ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਕਰਾਏ। ਮੈਂ ਸਮਝਦਾ ਹਰ ਵਿਅਕਤੀ, ਲੋਕ ਇਸ ਦੁਨੀਆ ਦੇ ਉੱਪਰ ਜਨਮ ਲੈਂਦੇ ਨੇ, ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਸਮਾਜ ਦੇ ਲਈ ਸਮਾਂ ਕੱਢਦੇ ਨੇ, ਦੂਜਿਆਂ ਦੇ ਲਈ ਸਮਾਂ ਕੱਢਦੇ ਨੇ, ਦੂਜਿਆਂ ਦਾ ਦਰਦ ਸਮਝਦੇ ਨੇ। ਨਹੀਂ ਤਾਂ ਬਹੁਤ ਲੋਕ ਹੁੰਦੇ ਨੇ ਜਿਹੜਾ ਸਿਰਫ ਆਪਣੇ ਪਰਿਵਾਰ ਦਾ, ਆਪਣੇ ਬੱਚਿਆਂ ਦਾ, ਆਪਣੇ ਕਾਰੋਬਾਰ ਦਾ ਹੀ ਸੋਚਦੇ ਨੇ। ਪਰ ਕੁਝ ਲੋਕ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਲੋਕਾਂ ਦਾ ਦਰਦ ਹੁੰਦਾ ਹੈ ਔਰ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਹੁੰਦੀ ਹੈ। ਔਰ ਉਹਨਾਂ ਦੇ ਵਿੱਚੋਂ ਇੱਕ ਇਹ ਪਰਿਵਾਰ ਹੈ, ਮੇਨ ਪਰਿਵਾਰ ਹੈ, ਸਰਦਾਰ ਰਣਜੀਤ ਸਿੰਘ, ਛੋਟਾ ਵੀਰ ਰਵਿੰਦਰ ਹੋਣਾ, ਜਿਨ੍ਹਾਂ ਦੇ ਅੰਦਰ ਲੋਕਾਂ ਦੇ ਲਈ ਦੁੱਖ ਦਰਦ ਦਿਲ ਦੇ ਵਿੱਚ ਸਮੋਇਆ ਹੋਇਆ ਹੈ, ਲੋਕਾਂ ਦੀ ਮਦਦ ਕਰਦੇ ਨੇ ਔਰ ਸਮਾਜ ਦੇ ਵਿੱਚ ਸੇਵਾ ਕਰਦੇ ਨੇ। ਇੱਕ ਚੰਗਾ ਨਾਮ ਹੈ ਜਿਹੜਾ ਆਪਣਾ ਇਸ ਸਮਾਜ ਦੇ ਵਿੱਚ ਬਣਾਇਆ ਹੋਇਆ ਹੈ। ਹਰ ਵਿਅਕਤੀ ਜੋ ਵੀ ਇੱਥੇ ਜਨਮ ਲੈਂਦਾ ਹੈ ਉਹਨੇ ਇੱਕ ਨਾ ਇੱਕ ਦਿਨ ਤੁਰ ਜਾਣਾ ਹੈ, ਪਰ ਉਹਦੇ ਜਾਣ ਤੋਂ ਬਾਅਦ ਉਹਦੀ ਕੀਤੇ ਕੰਮਾਂ ਦੀ ਜਿਹੜੀ ਖੁਸ਼ਬੂ ਹੈ ਉਹ ਇਲਾਕੇ ਦੇ ਵਿੱਚ, ਉਹ ਰਿਸ਼ਤੇਦਾਰਾਂ ਦੇ ਵਿੱਚ, ਉਹ ਦੋਸਤਾਂ ਦੇ ਵਿੱਚ ਰਹਿੰਦੀ ਹੈ। ਸੋ ਉਸੇ ਤਰ੍ਹਾਂ ਦੀ ਇੱਕ ਚੰਗੀ ਖੁਸ਼ਬੂ, ਇੱਕ ਚੰਗਾ ਸੁਨੇਹਾ ਸਾਡੇ ਸਾਰਿਆਂ ਲਈ ਸਰਦਾਰ ਰਣਜੀਤ ਸਿੰਘ ਛੱਡ ਕੇ ਗਏ ਨੇ। ਸੋ ਸ਼੍ਰੀ ਵਿਜੇਂਦਰ ਸਿੰਗਲਾ ਜੀ ਨੇ ਵੀ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਣਾ ਸੀ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਰੇ ਮਿਨਿਸਟਰ ਸਾਹਿਬਾਨ, ਮੁੱਖ ਮੰਤਰੀ ਸਾਹਿਬ ਸਾਰੇ ਦਿੱਲੀ ਹੋਣ ਕਰਕੇ ਉਹ ਅੱਜ ਸ਼ਾਮਲ ਨਹੀਂ ਹੋ ਸਕੇ। ਸੋ ਇੱਕ ਪਰਿਵਾਰ ਵਾਲਾ ਰਿਸ਼ਤਾ ਜਿਹੜਾ ਸ਼੍ਰੀ ਵਿਜੇਂਦਰ ਸਿੰਗਲਾ ਜੀ ਦਾ ਇਸ ਪਰਿਵਾਰ ਦੇ ਨਾਲ ਹੈ। ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ, ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਜਿੱਥੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ, ਉਹਦੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਕਿ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਪਿਤਾ ਪਰਮਾਤਮਾ ਇਸ ਨੇਕ ਰੂਹ ਨੂੰ, ਉਸ ਰੰਗਲੇ ਸੱਜਣ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਓ। ਪਿੱਛੇ ਸਾਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਓ ਔਰ ਇਸ ਪਰਿਵਾਰ ਦੇ ਉੱਪਰ ਮਿਹਰ ਭਰਿਆ ਹੱਥ ਰੱਖਿਓ। ਇਹ ਪਰਿਵਾਰ ਜੋ ਉਹਨਾਂ ਦੇ ਮਨ ਦੇ ਵਿੱਚ ਸੋਚ ਸੀ ਉਹਨੂੰ ਲੈ ਕੇ ਅੱਗੇ ਵਧਦਾ ਰਹੇ। ਸਾਡਾ ਛੋਟਾ ਭਰਾ ਰਵਿੰਦਰ ਹੋਰ ਚੰਗੀ ਤਰ੍ਹਾਂ ਮਜ਼ਬੂਤੀ ਦੇ ਨਾਲ ਸਮਾਜ ਦੀ ਸੇਵਾ ਕਰ ਸਕੇ। ਇਹਨਾਂ ਸ਼ਬਦਾਂ ਦੇ ਨਾਲ ਸਾਰੀ ਚਾਹਾਂਗੇ ਉਹਨਾਂ ਸੱਜਣਾ ਦਾ ਮੈਂ ਨਾਮ ਬੋਲਦੇ ਹਾਂ ਤਾਂ ਕਿ ਕੋਈ ਇਹ ਮਹਿਸੂਸ ਨਾ ਕਰੇ ਕਿ ਮੇਰੀ ਹਾਜ਼ਰੀ ਨਹੀਂ ਲਵਾਈ। ਪੰਚਾਇਤ ਰਾਜ ਛੇਰਗਿੱਲ, ਤੁਲਾ ਰਾਮ ਜੀ, ਨੇਤਾ ਵਿਰੋਧੀ ਧਿਰ ਦੇ ਹਰਪਾਲ ਸਿੰਘ ਜੀ ਚੀਮਾ ਹਾਜ਼ਰੀ ਲਵਾ ਕੇ ਚਲੇ ਗਏ। ਮਲਕੀਤ ਸਿੰਘ ਜੀ ਠੇਕੇਦਾਰ, ਲਖਵਿੰਦਰ ਸਿੰਘ ਜੀ ਠੇਕੇਦਾਰ, ਹਰਪਾਲ ਸਿੰਘ ਜੀ ਸੋਨੂ, ਸ਼ਕਤੀ ਸਿੰਘ ਜੀ ਕਾਂਗਰਸ ਪਾਰਟੀ, ਭਗਵੰਤ ਸਿੰਘ ਜੀ ਸਾਬਕਾ ਐਮਸੀ, ਬਲਬੀਰ ਕੌਰ ਸ਼ੈਣੀ ਕਾਂਗਰਸ ਆਈ, ਦੀਪਾ ਨਰੇਮਾ ਸ਼ਰਮਾ, ਦਲਜੀਤ ਸਿੰਘ ਮਾਨ, ਗੁਰਮੀਤ ਸਿੰਘ ਰਾਜਾ, ਤਰਸੇਮ ਬੋਬੀ, ਰਣਵੀਰ ਸਿੰਘ, ਅਮਨਦੀਪ ਸਿੰਘ ਪੁਨੀਆ, ਗੁਰਿੰਦਰ ਸਿੰਘ ਗਿਫਟੀ, ਵਿਜੇਂਦਰ ਸਿੰਗਲਾ ਦੇ ਜਿਹੜੇ ਪਰਸਨਲ ਉਹਨਾਂ ਦੇ ਪੀਏ, ਗੌਰਵ ਗੁਪਤਾ ਪੀਏ ਸਿੰਗਲਾ,
ਠੇਕੇਦਾਰ ਜਸਵੀਰ ਸਿੰਘ, ਗੁਰਮੀਤ ਸਿੰਘ ਘਰਾਚੋਂ ਸਾਬਕਾ ਸਰਪੰਚ, ਠੇਕੇਦਾਰ ਮਹਿੰਦਰਪਾਲ ਸਿੰਘ ਭੋਲਾ ਕਹਿੰਦੇ ਨੇ ਜਿਨ੍ਹਾਂ ਨੂੰ ਕਾਂਗਰਸ ਆਈ ਨਾਲ ਸੰਬੰਧਿਤ, ਸੁਰਿੰਦਰਪਾਲ ਸਿੰਘ ਸੀਆ MLA ਸਾਹਿਬ ਉਹ ਹਾਜ਼ਰੀ ਲਵਾਉਣਗੇ, ਸਤਿੰਦਰ ਸ਼ੈਣੀ PA ਸੀਵੀਆ ਸਾਹਿਬ, ਗੁਰਪਾਲ ਸਿੰਘ ਗੁਰਪਾਲ ਸਿੰਘ ਜੀ ਲਹਿਰਾ ਇਹ ਵੀ ਹਾਜ਼ਰੀ ਲਵਾਉਣਗੇ, ਪ੍ਰਵਿੰਦਰ ਸਿੰਘ ਪਿੰਕੀ, ਬਾਬੂ ਸਿੰਘ, ਸਤਵੀਰ ਸਿੰਘ ਠੇਕੇਦਾਰ, ਸ਼ੇਰ ਸਿੰਘ ਵਾਲਾ, ਅਵਤਾਰ ਸਿੰਘ ਈਲਵਾਲ ਔਰ ਮਹੇਸ਼ਿੰਦਰ ਕੁਮਾਰ ਮੇਸ਼ੀ ਜਿਹੜੇ ਬੜੇ ਪੁਰਾਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਇਸ ਦੁੱਖ ਦੀ ਘੜੀ ਦੇ ਵਿੱਚ ਇਕੱਤਰਤ ਸਾਰੇ ਰਿਸ਼ਤੇਦਾਰ, ਰਾਜਸੀ ਆਗੂ, ਸਮਾਜਿਕ ਕਾਰਕੁਨ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਗ੍ਰੰਥੀ ਸਿੰਘ ਔਰ ਰਾਗੀ ਸਿੰਘ ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਬਰਾਗਮਈ ਕੀਰਤਨ ਕਰਕੇ ਜਿੱਥੇ ਸਾਨੂੰ ਉਸ ਵਾਹਿਗੁਰੂ ਦੇ ਨਾਲ ਜੋੜਿਆ, ਜਿੱਥੇ ਸਾਨੂੰ ਅਸਲ ਦੁਨੀਆ ਦੀ ਸੱਚਾਈ ਤੋਂ ਰੂਬਰੂ ਕਰਾਇਆ। ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਰਣਜੀਤ ਸਿੰਘ ਜੀ ਠੇਕੇਦਾਰ ਸਾਹਿਬ ਸਾਡੇ ਗਵਾਂਢੀ ਪਿੰਡ ਜਵਾਹਰਲਾਲ ਤੋਂ ਆ ਕੇ ਇੱਥੇ ਕੰਮ ਕੀਤਾ ਔਰ ਬੜੇ ਇਮਾਨਦਾਰੀ, ਲਗਨ ਤੇ ਮਿਹਨਤ ਦੇ ਨਾਲ ਕੰਮ ਕਰਨ ਤੋਂ ਬਾਅਦ ਅੱਜ ਬੰਦੇ ਦੀ ਸ਼ਖਸੀਅਤ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਉਹ ਚਲੇ ਜਾਂਦੇ ਨੇ। ਅੱਜ ਮੈਂ ਇੱਥੇ ਲਗਭਗ 2 ਘੰਟੇ ਤੋਂ ਆਇਆ ਔਰ ਕਿਹੜੀ ਪਾਰਟੀ ਦਾ ਆਗੂ, ਕਿਹੜਾ ਸਮਾਜਿਕ ਆਗੂ, ਕਿਹੜਾ ਭੈਣ ਭਰਾ ਇੱਥੇ ਹਾਜ਼ਰੀ ਲਵਾਉਣੀ ਆ। ਇਹ ਸਿਰਫ ਪਿਆਰ ਤੇ ਸਤਿਕਾਰ ਸਮਾਜ ਦੇ ਵਿੱਚ ਬਣਾਇਆ ਹੁੰਦਾ ਜਿਹੜੇ ਲੋਕਾਂ ਨੇ, ਕਿਉਂਕਿ ਚਲੇ ਸਾਹਮਣੇ ਜਾਣਾ ਹੈ ਪਰ ਆਪਣੇ ਕੋਲ ਕੀ ਚੀਜ਼ ਹੁੰਦੀ ਹੈ ਜਾਣ ਤੋਂ ਬਾਅਦ, ਸਿਰਫ ਇਹੀ ਚੀਜ਼ ਹੁੰਦੀ ਹੈ ਆ ਜਿਹੜਾ ਇਕੱਠ ਬੈਠੇ ਆ, ਜਿਹੜੇ ਲੋਕ ਬੈਠੇ ਉਹਨਾਂ ਦੇ ਹੋਣਹਾਰ ਸੁਪੁੱਤਰ ਬਰਿੰਦਰ ਮੀਨ ਜੀ ਮੇਰੇ ਸਤਿਕਾਰਯੋਗ ਸਾਥੀ ਨੇ। ਜਦੋਂ ਤੋਂ ਕੈਬਨਿਟ ਮਿਨਿਸਟਰ ਵਿਜੇਂਦਰ ਸਿੰਘਲਾ ਜੀ ਦੀ ਉਂਗਲੀ ਫੜ ਕੇ ਉਹਨਾਂ ਨੇ ਸਮਾਜਿਕ ਖੇਤਰ ਦੇ ਵਿੱਚ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਦੇ ਨਾਲ ਲੱਗ ਕੇ ਸਮਾਜ ਦੇ ਵਿੱਚ ਕੰਮ ਸ਼ੁਰੂ ਕੀਤਾ ਹੈ, ਉਦੋਂ ਤੋਂ ਲੈ ਕੇ ਅੱਜ ਤੱਕ ਬੜੀ ਉਹਨਾਂ ਨੇ ਤਰੱਕੀ ਕੀਤੀ ਔਰ ਸਾਰੀ ਜਿਹੜੀ ਇਹ ਸ਼ਖਸੀਅਤ ਜਿਹੜਾ ਇਹਨਾਂ ਉੱਤੇ ਪ੍ਰਭਾਵ ਇਹਨਾਂ ਦੇ ਮਾਤਾ ਪਿਤਾ ਦਾ ਹੈ, ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਨੇ, ਜਿਹੜਾ ਉਹਨਾਂ ਨੇ ਇਹਨੂੰ ਸਿਖਾਇਆ ਹੈ, ਉਹ ਭਲੀ ਭਾਂਤੀ ਪਤਾ ਲੱਗਦਾ ਹੈ ਇਹਨਾਂ ਦੀ ਸ਼ਖਸੀਅਤ ਤੋਂ। ਬਰਿੰਦਰ ਜੀ ਹਰੇਕ ਦੇ ਦੁੱਖ ਸੁੱਖ ਦੇ ਵਿੱਚ ਹਰੇਕ ਨਾਲ ਹਲੀਮੀ ਨਾਲ ਗੱਲ ਕਰਨੀ, ਇਹ ਸਾਰੀ ਸਿੱਖਿਆਵਾਂ ਦੇ ਪਿਤਾ ਜੀ ਵੱਲੋਂ ਦਿੱਤੀ ਹੋਈ ਹੈ। ਔਰ ਜਿਵੇਂ ਗੁਰਦੁਆਰਾ ਸਾਹਿਬ ਦੀ ਕਮੇਟੀ ਵਾਲਿਆਂ ਨੇ, ਗਿਆਨੀ ਜੀ ਨੇ, ਗ੍ਰੰਥੀ ਸਾਹਿਬ ਨੇ ਦੱਸਿਆ ਵੀ ਲੰਗਰ ਦੀ ਸੇਵਾ ਸਭ ਤੋਂ ਵੱਡੀ ਸੇਵਾ। ਦੇਖੋ ਅੱਜ ਦੇਸ਼ ਦੁਨੀਆ ਦੇ ਵਿੱਚ ਕਿੰਨਾ ਬੜਾ ਬਿਮਾਰੀ ਚੱਲ ਰਹੀ ਹੈ ਔਰ ਕਿਹਦੀ ਸੇਵਾ? ਲੰਗਰ ਦੀ ਸੇਵਾ। ਔਰ ਸਾਡਾ ਖਾਸ ਕਰਕੇ ਸਾਡਾ ਸਿੱਖ ਭਾਈਚਾਰਾ ਇਹ ਸੇਵਾ ਕਰ ਰਿਹਾ ਹੈ ਔਰ ਸਾਨੂੰ ਇਹ ਵਿਰਾਸਤ 'ਚ ਮਿਲੀਆਂ ਚੀਜ਼ਾਂ ਜਿਹੜੀਆਂ ਅਸੀਂ ਅੱਗੇ ਚਲਾ ਰਹੇ ਹਾਂ, ਉਹ ਸਰਦਾਰ ਰਣਜੀਤ ਸਿੰਘ ਜੀ ਠੇਕੇਦਾਰ ਸਾਹਿਬ ਨੇ ਉਹਨਾਂ ਨੂੰ ਅਪਣਾ ਕੇ ਜਿੱਥੇ ਉਹਨੇ ਆਪਣੇ ਇਲਾਕੇ ਦੇ ਵਿੱਚ ਸੇਵਾ ਕੀਤੀ, ਆਪਣੇ ਸ਼ਹਿਰ ਦੇ ਵਿੱਚ ਸੇਵਾ ਕੀਤੀ, ਸਾਡੇ ਇਲਾਕੇ ਦੇ ਵਿੱਚ ਇਹਨਾਂ ਦਾ ਪਰਿਵਾਰ ਰਹਿੰਦਾ ਪੁਰਾਣਾ, ਉੱਥੇ ਵੀ ਇਹਨਾਂ ਦਾ ਬੜਾ ਰਸੂਖ ਹੈ, ਬੜਾ ਪ੍ਰੇਮ ਪਿਆਰ ਹੈ, ਜਦੋਂ ਵੀ ਜਾਂਦੇ ਨੇ ਸਾਨੂੰ ਮਿਲ ਕੇ ਆਉਂਦੇ ਨੇ। ਔਰ ਦੂਸਰੀ ਗੱਲ ਪਟਲ ਸਾਹਿਬ ਨੇ ਦੱਸੀ ਵੀ ਇਹ ਬਿਮਾਰੀਆਂ ਚੱਲ ਰਹੀਆਂ ਨੇ, ਨਵੇਂ ਵੈਰਸ ਸਾਰੇ ਨੇ। ਥੋੜੀ ਜੀ 1 ਮਿੰਟ ਦਾ ਟਾਈਮ ਲਊਂਗਾ, ਮਾਫੀ ਵੀ ਚਾਹੂੰਗਾ ਕਿਉਂਕਿ ਬੜੇ ਤੁਸੀਂ ਟਾਈਮ ਤੋਂ ਬੈਠੇ ਹੋ। ਬੜੀ ਜ਼ਰੂਰੀ ਗੱਲ ਹੈ, ਜਦੋਂ ਕੁਦਰਤ ਤੇ ਜਿਹੜਾ ਮਾਨਵ ਦਾ ਰਿਸ਼ਤਾ ਹੈ, ਬਹੁਤ ਵੱਡਾ ਰਿਸ਼ਤਾ ਹੈ ਕੁਦਰਤ ਤੇ ਮਾਨਵ ਦਾ। ਜਦੋਂ ਅਸੀਂ ਇਸ ਨੂੰ ਤਾਰ ਕਰਾਂਗੇ ਝੂਠੀ ਤਰੱਕੀ ਦੇ ਨਾਂ ਤੇ, ਝੂਠੇ ਅੱਗੇ ਵਧਣ ਦੇ ਨਾਂ ਤੇ, ਜਦੋਂ ਅਸੀਂ ਕੁਦਰਤ ਨਾਲ ਛੇੜਛਾੜ ਕਰਾਂਗੇ ਤਾਂ ਇਸ ਤਰ੍ਹਾਂ ਦੇ ਭਿਆਨਕ ਨਤੀਜੇ ਸਾਡੇ ਸਾਹਮਣੇ ਆਉਣਗੇ। ਤੁਸੀਂ ਸਾਰੇ ਪੜ੍ਹੇ ਲਿਖੇ ਹੋ ਔਰ ਇਸ ਇਲਾਕੇ ਦੇ ਵਿੱਚ ਸਾਡੇ ਜਿਹੜੇ ਸਟੇਟ ਸੈਕਟਰੀ ਮਹਿੰਦਰ ਸਿੰਘ ਜੀ ਪਟਲ ਸਾਹਿਬ ਰਹਿੰਦੇ ਨੇ, ਤੁਸੀਂ ਕਦੇ ਇਹਨਾਂ ਕੋਲ ਟਾਈਮ ਕੱਢ ਕੇ ਇਸ ਵਿਸ਼ੇ ਦੇ ਉੱਤੇ ਗੱਲ ਕਰਿਓ। ਬਹੁਤ ਜਾਣਕਾਰੀ ਇਹਨਾਂ ਨੂੰ ਇਸ ਗੱਲ ਦੀ ਔਰ ਸਾਨੂੰ ਅਪਣਾਉਣਾ ਚਾਹੀਦੀਆਂ ਨੇ ਗੱਲਾਂ। ਮੈਂ ਗੱਲਾਂ ਕਹਿੰਦਾ ਹੋਇਆ ਜਿੱਥੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹੈ ਔਰ ਮੈਂ ਆਪਣੇ ਵੱਲੋਂ, ਆਪਣੀ ਪਾਰਟੀ ਕਾਂਗਰਸ ਪਾਰਟੀ ਦੇ ਐਸਸੀ ਡਿਪਾਰਟਮੈਂਟ ਵੱਲੋਂ ਔਰ ਬੀਬੀ ਰਜਿੰਦਰ ਕੌਰ ਪੱਠਲ ਜੀ ਸਾਬਕਾ ਸੀਐਮ ਵੱਲੋਂ ਉਹਨਾਂ ਵੱਲੋਂ ਹਾਜ਼ਰੀ ਲਵਾਉਂਦਾ ਹੋਇਆ ਖਿਮਾ ਦਾ ਦੱਸਦਾ ਹੈ ਸਾਡੇ ਠੇਕੇਦਾਰ ਸਾਹਿਬ ਨੂੰ ਵਾਹਿਗੁਰੂ ਆਪਣੇ ਚਰਨਾਂ ਦੇ ਵਿੱਚ ਜਗਾ ਦੇਵੇ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਤੁਸੀਂ
तेहा हुक्म कमाए कले आवे नानका सदी उठी जाए गुरुमुख जन स्वार दरगे चलिया सच्ची दरगे जाए सच्चा पिंड मिलिया लोक ਅਤੇ परलोक ਦੇ मालक दसां गुणां ਦੀ आत्मिक जोत ਸਾਹਿਬ श्री गुरु ग्रंथ साहब जी ਦੇ पावन और पवित्र दरबार ਵਿੱਚ ਅੱਜ ਅਸੀਂ ਸਾਡੇ ਸਭ ਦੇ ਸਤਿਕਾਰਯੋਗ ਸਾਡੇ ਰੰਗਲੇ ਸਾਥੀ ਸਰਦਾਰ ਰਣਜੀਤ ਸਿੰਘ ਹੋਰਾਂ ਦੀ ਅੰਤਮ ਅਰਦਾਸ ਵਿੱਚ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਤੇ ਸਤਿਗੁਰਾਂ ਦੀ ਚੌਧਰੀ ਕਰਨ ਲਈ ਜੁੜੇ ਮੌਤ ਜ਼ਿੰਦਗੀ ਦਾ ਸਭ ਤੋਂ ਵੱਡਾ ਸੱਚ ਹੈ। ਮੌਤ ਨੂੰ ਕੋਈ ਸੰਸਾਰ ਦੇ ਵਿੱਚ ਜਿੱਤ ਨਹੀਂ ਸਕਿਆ। ਮੌਤ ਦਾ ਸਮਾਂ ਨਿਸ਼ਚਿਤ ਹੈ। ਮੌਤ ਨੂੰ ਟਾਲਿਆ ਨਹੀਂ ਜਾ ਸਕਦਾ। ਲੇਕਿਨ ਜਦੋਂ ਅਸੀਂ ਕਿਸੇ ਮਿੱਤਰ ਪਿਆਰੇ ਦੇ ਅੰਤਮ ਅਰਦਾਸ ਤੇ ਜੁੜਦੇ ਹਾਂ ਤਾਂ ਉਸ ਦੇ ਜੀਵਨ ਦੀਆਂ ਯਾਦਾਂ, ਉਸ ਦੇ ਸਮਾਜ ਵਿੱਚ ਵਿਚਰਦੇ ਹੋਏ ਕੀਤੇ ਕਾਰਜ, ਉਸ ਦੀ ਮਿੱਤਰਤਾ ਦਾ ਘੇਰਾ, ਉਸ ਦੀ ਸਮਾਜ ਪ੍ਰਤੀ ਨਿਭਾਈਆਂ ਹੋਈਆਂ ਜ਼ਿੰਮੇਵਾਰੀਆਂ, ਇਸ ਕਰਕੇ ਜ਼ਿਕਰ ਕਰਦੇ ਹਾਂ ਕਿ ਸਾਡੀ ਜਿਹੜੀ ਰਹਿੰਦੀ ਜ਼ਿੰਦਗੀ ਹੈ, ਅਸੀਂ ਕੋਈ ਚੰਗੇ ਜਿਹੜੇ ਸੰਸਕਾਰ ਨੇ ਉਸ ਨੂੰ ਆਪਣੀ ਜ਼ਿੰਦਗੀ 'ਚ ਉਤਾਰ ਸਕੀਏ। ਰਣਜੀਤ ਸਿੰਘ ਠੇਕੇਦਾਰ ਬੜੀ ਬਹੁਤ ਪੱਕੀ ਸ਼ਖਸੀਅਤ ਸੀ। ਜਿੱਥੇ ਉਹਨੇ ਜ਼ਿੰਦਗੀ ਵਿੱਚ ਬੜੀ ਮਿਹਨਤ ਕੀਤੀ, ਉੱਥੇ ਉਸ ਦਾ ਜਿਹੜਾ ਵਰਤ ਵਰਤਾਓ ਸੀ ਬਹੁਤ ਦੂਰ ਤੱਕ ਸੀ। ਮੇਰੇ ਨਾਲ ਰਣਜੀਤ ਸਿੰਘ ਦੀ ਬਹੁਤ ਸਾਂਝ ਰਹੀ ਹੈ, ਬਹੁਤ ਹੀ ਨੇੜਲੇ ਸਾਥੀਆਂ 'ਚ ਰਿਹਾ ਹੈ। ਜਦੋਂ ਵੀ ਕਿਸੇ ਗੱਲ ਦੇ ਉੱਤੇ ਜ਼ਿਕਰ ਕਰਨਾ ਹੈ, ਬੜੀ ਸਾਫ਼ ਸੁਥਰੀ ਤੇ ਸੱਚੀ ਗੱਲ ਕਰਨੀ ਹੈ। ਕੇਵਲ ਇਹ ਨਹੀਂ ਸੀ ਕਿ ਆਪਣੇ ਨਿੱਜੀ ਕੰਮਾਂ ਲਈ ਮੇਰੇ ਕੋਲ ਆਉਣਾ ਹੈ, ਬਲਕਿ ਮੈਨੂੰ ਲੱਗਦਾ ਹੈ ਕਿ ਜਦੋਂ ਵੀ ਮੇਰੇ ਨਾਲ ਉਸ ਦਾ ਕੋਈ ਵਾਸਤਾ ਪਿਆ, ਜਦੋਂ ਵੀ ਮੇਰੇ ਨਾਲ ਕੋਈ ਚਾਰ ਸ਼ਬਦ ਗੱਲਾਂ ਕੀਤੀਆਂ, ਤਾਂ ਹਮੇਸ਼ਾ ਉਸ ਨੂੰ ਆਪਣੇ ਆਲੇ ਦੁਆਲੇ ਦੀ, ਆਪਣੇ ਭਾਈਚਾਰੇ ਦੀ, ਆਪਣੇ ਇਲਾਕੇ ਦੀ ਤਰੱਕੀ ਦਾ ਹਮੇਸ਼ਾ ਮਨ ਦੇ ਵਿੱਚ ਚਿੰਤ ਸੀ। ਬੜੀ ਸਾਫ਼ ਸੁਥਰੀ ਗੱਲ ਕਰਦਾ। ਮੇਰੇ ਕੋਲ ਭਵਾਨੀਗੜ੍ਹ ਵੀ, ਸੰਗਰੂਰ ਵੀ ਅਕਸਰ ਅਸੀਂ ਆਪਸ ਵਿੱਚ ਮਿਲਦੇ ਰਹਿੰਦੇ ਸੀ। ਬਹੁਤ ਵਿਕਾਸ ਕਾਰਜਾਂ ਦੇ ਵਿੱਚ ਉਸ ਦੀ ਜ਼ਿੰਮੇਵਾਰੀ ਉਸ ਨੂੰ ਲਾਈ। ਹਰ ਗੱਲ ਨੂੰ ਉਸਨੇ ਬੜੀ ਇਮਾਨਦਾਰੀ ਤੇ ਉਸ ਦੇ ਨਾਲ ਨਿਭਾਇਆ। ਮੈਨੂੰ ਉਸ ਦੀ ਅਚਾਨਕ ਮੌਤ ਦਾ ਨਿੱਜੀ ਸਦਮਾ ਮੈਂ ਮਹਿਸੂਸ ਕਰ ਰਿਹਾ ਸੀ ਕਿ ਇੰਨੀ ਛੋਟੀ ਉਮਰ 'ਚ ਚਲਾ ਗਿਆ। ਫਿਜ਼ੀਕਲ ਤੌਰ ਤੇ ਬੜਾ ਠੀਕ ਸੀ, ਹੱਸ ਕੇ ਮਿਲਣਾ, ਹਸੂ ਕਰਦਾ ਉਹਦਾ ਚਿਹਰਾ ਅਜੇ ਵੀ ਮੇਰੇ ਸਾਹਮਣੇ ਹੈ। ਔਰ ਮੈਂ ਜਦੋਂ ਉਸਦੇ ਅਕਾਲ ਚਲਾਣੇ ਦਾ ਪਤਾ ਲੱਗਿਆ ਤਾਂ ਮਨ ਨੂੰ ਬੜਾ ਨਿੱਜੀ ਤੌਰ ਤੇ ਅਫਸੋਸ ਹੋਇਆ। ਮੈਂ ਹੁਣ ਵੀ ਉਹਨਾਂ ਦੇ ਬੇਟੇ ਨੂੰ ਪੁੱਛ ਰਿਹਾ ਸੀ, ਕਹਿੰਦਾ ਜੀ COVID-19 ਕਰਕੇ ਗੱਲ ਸਭ ਹੋ ਗਿਆ। ਉਸ ਪਰਮਾਤਮਾ ਦੇ ਹੱਥ ਹੈ, ਆਪਾਂ ਸਾਰੇ ਸਿਆਣੇ ਬੈਠੇ ਆ। ਸੀਜ਼ਨਲ ਵਾਇਰਸ ਹਮੇਸ਼ਾ ਹੀ ਹੁੰਦਾ ਹੈ, ਇਹ ਕੋਈ ਨਵਾਂ ਪ੍ਰਕਾਰਾ ਨਹੀਂ। ਬੁਖਾਰ ਹੋ ਜਾਣਾ, ਹੱਡ ਭੰਨਣੀ ਹੋ ਗਈ, ਇਹ ਮੌਸਮ ਦੀ ਤਬਦੀਲੀ ਦਾ ਆਮ ਹੁੰਦਾ ਹੈ। ਬਜ਼ੁਰਗਾਂ ਨੇ ਕਦੇ ਇਹਨੂੰ ਬਿਮਾਰੀ ਨਹੀਂ ਸੀ ਮੰਨਿਆ। ਕੁਦਰਤ ਦਾ ਕਰੋਪ ਹੈ ਕਿ ਅੱਜ ਇਹ ਸਾਡੇ ਲਈ ਬਹੁਤ ਵੱਡੀ ਚੁਣੌਤੀ ਹੋ ਗਈ। ਬੜਾ ਪੈਨਿਕ ਹੋ ਗਿਆ ਮਾਹੌਲ, ਕਿਉਂਕਿ ਕੋਈ ਇਹਦਾ ਪ੍ਰੋਪਰ ਇੰਤਜ਼ਾਮ ਨਹੀਂ ਹੈ। ਮੈਂ ਬਹੁਤ ਵਾਰੀ ਸੋਚਦਾ ਕਿ ਭਾਵੇਂ ਦਾ ਡੈਥ ਰੇਟ 2% ਹੀ ਹੈ, ਪਰ ਸਹਿਮ ਇਹਦੇ 'ਚ ਇੰਨਾ ਜ਼ਿਆਦਾ ਹੈ ਜਿੰਨਾ ਕਹਿ ਲਓ। ਮੈਨੂੰ ਲੱਗਦਾ ਵੀ ਕਿ ਚਲੋ ਮੈਂ ਨਿੰਦਿਆ ਨਹੀਂ ਕਰਦਾ, ਜ਼ਿੰਮੇਵਾਰੀ ਤਾਂ ਸਰਕਾਰ ਦੀ ਇਹ ਸੀ ਕਿ ਇਸ ਪੈਂਡੇਮਿਕ ਤੋਂ, ਇਸ ਸਹਿਮ ਦੇ ਵਿੱਚੋਂ ਲੋਕਾਂ ਨੂੰ ਕੱਢਿਆ ਜਾਂਦਾ, ਇਸ ਬਿਮਾਰੀ ਬਾਰੇ ਲੋਕਾਂ ਨੂੰ ਅਵੇਅਰ ਕਰਿਆ ਜਾਂਦਾ, ਤਾਂ ਕਿ ਲੋਕ ਘਰ ਬੈਠ ਕੇ ਦੂਰੀ ਬਣਾ ਕੇ ਆਪਣਾ ਇਸ ਬਿਮਾਰੀ ਤੋਂ ਨਿਜਾਤ ਲੈ ਲੈਂਦੇ। ਹਸਪੀਟਲਾਂ 'ਚ ਕੀ ਹੁੰਦਾ ਹੈ ਕਿ ਜਦੋਂ ਕੋਈ ਪੋਜ਼ਿਟਿਵ ਆ ਗਿਆ ਤਾਂ ਉਹ ਇੱਦਾਂ ਲੱਗਦਾ ਕਿ ਜਿਵੇਂ ਪਤਾ ਨਹੀਂ ਮੇਰੇ ਨਾਲ ਹੁਣ ਕੀ ਬਣਨਾ ਹੈ। ਪਰਿਵਾਰ ਤੋਂ ਦੂਰੀ ਬਣ ਜਾਂਦੀ ਹੈ,
ਬਦਕਿਸਮਤੀ ਹੈ ਕਿ ਸੰਗਰੂਰ ਦੇ ਵਿੱਚ ਪਿਛਲੇ 10 ਦਿਨਾਂ 15 ਦਿਨਾਂ 'ਚ ਮੌਤਾਂ ਦੀ ਗਿਣਤੀ ਗਿਣੀ ਨਹੀਂ ਜਾ ਸਕਦੀ। ਐਡਾ ਵੱਡਾ ਸ਼ਮਸ਼ਾਨ ਘਾਟ ਹੈ, ਉੱਥੇ ਅੰਗੀਠੇ ਵੀ ਘੱਟ ਗਏ। ਬੜਾ ਦੁੱਖ ਹੁੰਦਾ ਹੈ ਜਦੋਂ ਮੈਂ ਸੰਗਰੂਰ ਜਾਉਣਾ ਤੇ 10 ਜਗ੍ਹਾ ਤੇ ਮੈਂ ਜਾ ਕੇ ਆਉਣਾ ਤੇ ਬੇਟ ਬਹੁਤ ਛੋਟੀ ਉਮਰ ਦਾ मैं तो भी साडा छोटा भरा को बड़ा कोई बच्चा पता नहीं कदों मौत के मुंह चला जाए। बहुत बड़ा परिवार के लिए दुख है क्योंकि असी जिहड़े दुनियावी जीव हाँ साडे रिश्ते बहुत ने संसारिक रिश्ते ने भावें हर रिश्ते की आपो अपनी जगह से बड़ी अजमत है पर मां और बाप इहदा संसार दे विच कोई भी बदल नहीं। जिथे मां ममता का सागर है उत्थे जिहड़ा बाप है वो तुहाडे सिर का ताज है। जिस तरह किसी के सिर तो ताज उतर जाए इस तरह बाप का जिहड़ा परछावां है उसका साया है उसका आशीर्वाद है। जदों बंदा उस तो वांझा हो जाए तो जिंदगी के विच बहुत बड़ा खला पैदा हो जाता है। ना संसार के किसी रिश्ते में मां का बदल है ना संसार के रिश्ते के विच बाप का बदल है। इस करके उनके जान का परिवार नहीं बहुत ही बड़ा असर दुख है और मैं महसूस करता कि कोई ऐसा इंसान सी सबके लिए हरमन प्यारा सी वो अपनी जबान का पक्का सी जो गल किसी को कह दी उसे निभ नाला सी ते बड़ी उहदी छोटी उम्र सी उहदा जाना जिथे परिवार नहीं सह है उत्थे मैं निजी तौर पर महसूस करता कि रंजीत सिंह ठेकेदार का जाना मेरे लिए निजी सदमा भी है। मैं अपने वालों अपने परिवार वालों अपनी पार्टी श्रोमणी अकाली दल वालों बहुत ही अदब और सत्कार के नाल अपने उस मित्र प्यारे नूं श्रद्धा की भेंट करदा सतगुरां की अरदास करदा कि सतगुरु सच्चे पातशाह ये जिहड़ा जीवन है इहदे विच अनेकां भुलां चुकां हो जांदियां ने सतगुरु सच्चे पातशाह तुसीं बख्शणहार हो उन्हां दे जीवन विच होईआं बेअदबियां नूं माफ करके सच अखंड निवास बख्शो। बहुत बहुत बड़ा धन्यवाद। वाहिगुरू जी का खालसा वाहिगुरू जी की फतेह। एक साडे कोले शोक संदेश महारानी परमीत कौर जी का आया, एक साडे कोले शोक संदेश अपना जिहड़े कैबिनेट मंत्री ने शोक सरकारिया उन्हां दी पत्नी सुरेंद्र कौर जी वालों और पुत्र रविंदर सिंह चेयरमैन लेबर कोऑपरेटिव संगरूर उन्हां दी नौं सतविंदर कौर पुत्री पिंदरपाल कौर जमाई गुरजिंदर सिंह सेवा गुरु घर की इमारत लई उन्होंने 2100 रुपया सहायता भेजी है। 500 रुपया अपना स्कूल वास्ते जो साढ़े इत्थे प्राइमरी स्कूल है 500 रुपया जो साढ़े इत्थे मंदिर बनया उन्होंने सहायता भेजी है और ये इन्हां दे परिवार वालों सहायता फतेह का जवाब फतेह ना दो। वाहिगुरू जी का खालसा श्री वाहिगुरू जी की फतेह। एक कदम चलिया जो इस दुख की घड़ी के विच तुसीं चल के आए हो मेरे परिवार के नाल खड़े मोढे नाल मोढा ला के उहदे लई परिवार वल्लों तय जो धन्नवाद किया जाता जी। गुरु के लंगर बक रहे ने जिस भी माई भाई ने लंगर नहीं छकिया वो लंगर छकन की कृपालता करो। सिर्फ एक मिनट सरदार रंजीत सिंह ठेकेदार जी को याद करते हुए जब मैं खुद 2008 के इत्थे संगरूर दे विच आया ना मैनूं इत्थे कोई जानता सी ना मैं जानता सी ते बहुत ज्यादा अपनी लाइफ का स्ट्रगल कर रहा सी। 2009 ਦੇ ਵਿੱਚ ਇਹਨਾਂ ਨੇ ਮੈਨੂੰ ਪੁੱਛਿਆ ਕਿ ਤੂੰ ਕੀ ਕੰਮ ਕਰਦਾ। ਮੈਂ ਕਿਹਾ ਜੀ ਮੈਂ ਲੇਬਰ ਹੀ ਕਰਦਾ। ਕਹਿੰਦੇ ਵੀ ਤੂੰ ਮੇਰੇ ਨਾਲ ਲੇਬਰ ਤੇ ਲੱਗ ਜਾ ਮੈਂ ਠੇਕੇਦਾਰ ਦਾ ਕੰਮ ਕਰਦਾ। ਮੈਂ ਕਿਹਾ ਜੀ ਮੈਨੂੰ ਕੋਈ ਗੱਲ ਨਹੀਂ ਤੁਸੀਂ ਕਰ ਦਿਓ। ਜਦੋਂ ਮੈਂ ਇਹਨਾਂ ਕੋਲ 2-3 ਦਿਨ ਕੰਮ ਕਰਦਾ ਰਿਹਾ ਮੈਨੂੰ ਕਹਿੰਦੇ ਵੀ ਤੂੰ ਲੇਬਰ ਤਾਂ ਕਰਦਾ ਲੱਗਦਾ ਨਹੀਂ ਤੂੰ ਕੋਈ ਡਰਾਈਵਰੀ ਵਗੈਰਾ ਕਰ ਲੈ। मैं कह मैं कर लेना ड्राइवर। मैं धन श्री गुरु ग्रंथ साहिब की हाजरी में खड़ के कह रहा मेरे नाल एक पिटारा रोड से गए एजेंसी
ਤੇ ਛੋਟਾ ਹਾਥੀ ਮੈਨੂੰ ਇਹ ਆਪਣੇ ਨਾਂ ਤੇ ਮੈਨੂੰ ਕਢਾ ਕੇ ਦਿੱਤਾ, ਕਹਿੰਦੇ ਤੂੰ ਛੋਟਾ ਹਾਥੀ ਚਲਾ ਤੇ ਆਪਣਾ ਪਰਿਵਾਰ ਬਣਾ। ਯਾਨੀ ਕਿ ਬਹੁਤ ਨੇੜੇ ਦਾ ਰਿਸ਼ਤਾ ਇਸ ਪਰਿਵਾਰ ਦੇ ਨਾਲ ਮੇਰਾ ਰਿਹਾ। ਤੇ ਮੇਰਾ ਛੋਟਾ ਵੀਰ ਰਵਿੰਦਰ ਮੀਨ, ਹੁਣ ਅਸੀਂ ਪਾਰਟੀ ਦੇ ਵਿੱਚ ਇਕੱਠੇ ਕੰਮ ਕਰ ਰਹੇ ਹਾਂ। ਇਹ ਵੀ ਠੇਕੇਦਾਰੀ ਦੇ ਲੈਣ ਦੇ ਵਿੱਚ ਹੈ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਸਰਦਾਰ ਰਣਜੀਤ ਸਿੰਘ ਠੇਕੇਦਾਰ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਅਤੇ ਪੂਰੇ ਪਰਿਵਾਰ ਨੂੰ ਭਾਣਾ ਬੰਦਾ ਬਲ ਬਖਸ਼ੇ। ਇੱਕ ਵਾਰ ਫਿਰ ਤੁਹਾਡਾ ਸਾਰਾ ਲੈ ਕੇ ਕਦਮ ਚੱਲਿਆ ਪਰਮਾਤਮਾ ਦੇ ਹਜ਼ੂਰੀ ਦੇ ਵਿੱਚ ਬੈਠੇ ਆਇਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ